ਬੇਰੀ ਸਾਹਿਬ ਸਾਡੇ ਨਾਲ ਨੇ। ਬੇਰੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਲਗਾਤਾਰ ਇਹੋ ਜਿਹੀਆਂ ਘਿਨੌਣੀਆਂ ਹਰਕਤਾਂ ਹੁੰਦੀਆਂ ਨੇ ਪਰ ਉਹਦੇ ਤੇ ਐਕਸ਼ਨ ਕਈ ਜਗ੍ਹਾਵਾਂ ਤੇ ਬੜੀ ਜਲਦੀ ਲਿਆ ਜਾਂਦਾ ਤੇ ਕਈ ਜਗ੍ਹਾਵਾਂ ਤੇ ਢਿੱਲ ਮਿੱਠ ਜਿਹੜੀ ਉਹ ਰਹਿ ਜਾਂਦੀ ਹੈ। 16 ਦਿਨ ਹੋ ਜਾਂਦੇ ਨੇ, 15 ਦਿਨ ਕੁੜੀ ਐਡਮਿਟ ਰਹਿੰਦੀ ਹੈ, 16ਵੇਂ ਦਿਨ ਉਹਦੀ ਮੌਤ ਹੋ ਜਾਂਦੀ ਹੈ। ਪਰ ਬੀਜੇਪੀ ਸਰਕਾਰ ਇਹ ਦਾਅਵਾ ਕਰਦੀ ਹੈ ਵੀ ਕੋਈ ਵੀ ਪ੍ਰੂਫ ਜਿਹੜਾ ਉਹ ਨਹੀਂ ਹੈ ਕਿ ਉਹਦਾ ਰੇਪ ਹੋਇਆ, ਤੇ ਦੂਜੇ ਪਾਸੇ ਸਾਰੇ ਪਾਸੇ ਰੋਜ਼ ਕਿਸ ਚੀਜ਼ ਦਾ ਹੈ? यूपी सरकार इस तरीके ਦੀਆਂ ਜਿਹੜੀਆਂ ਸਟੇਟਮੈਂਟਾਂ ਉਹ ਕਿਉਂ ਦੇ ਰਹੀ ਹੈ? ਅੱਜ यूपी ਸਰਕਾਰ ਦੀ ਗੱਲ ਕਰੀਏ, ਤੁਸੀਂ ਬਿਲਕੁਲ ਠੀਕ ਕਿਹਾ ਕਿ 15 ਦਿਨ ਹੋ ਗਏ ਸੀਗੇ, ਇਹਨਾਂ ਨੇ FIR ਦਰਜ ਤੱਕ ਨਹੀਂ ਕੀਤੀ ਸੀ। ਜੇ ਲੜਕੀ ਦੀ ਰੀੜ੍ਹ ਦੀ ਹੱਡੀ ਟੁੱਟ ਗਈ, ਲੱਤਾਂ ਦੇ ਉਹਨਾਂ ਦੇ ਸੱਟਾਂ ਲੱਗ ਗਈਆਂ, ਔਰ ਜਦੋਂ ਲੜਕੀ ਦੀ ਡੈਥ ਹੋ ਜਾਂਦੀ ਹੈ ਔਰ ਉਹਦਾ ਸੰਸਕਾਰ ਜਿਸ ਤਰੀਕੇ ਦੇ ਨਾਲ ਰਾਤੀ 2:30 ਵਜੇ ਕੀਤਾ ਜਾਂਦਾ, ਉਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਉੱਥੇ ਦੀ ਯੋਗੀ ਸਰਕਾਰ ਨੇ ਬੜਾ ਵੱਡਾ ਧੱਕਾ ਕੀਤਾ। ਪਹਿਲਾਂ ਉਹਨਾਂ ਬਦਮਾਸ਼ਾਂ ਨੇ ਜਿਨ੍ਹਾਂ ਨੇ ਗੈਂਗ ਰੇਪ ਕੀਤਾ, ਸ਼ਾਇਦ ਉਹ ਯੋਗੀ ਸਰਕਾਰ ਦੇ ਨੇੜੇ ਸੀਗੇ, ਉਹਨਾਂ ਦੀ ਹੈਲਪ ਦੇ ਲਈ ਇਹਨਾਂ ਨੇ FIR ਦਰਜ ਨਹੀਂ ਕੀਤੀ। ਔਰ ਜਿਸ ਵੇਲੇ ਲੜਕੀ ਦੀ ਡੈਥ ਹੋ ਜਾਂਦੀ ਹੈ, ਉਸ ਵੇਲੇ ਜਦੋਂ ਇਹਨਾਂ ਨੇ 2:30 ਵਜੇ ਰਾਤੀ ਸੰਸਕਾਰ ਕੀਤਾ ਬਗੈਰ ਲੜਕੀ ਦੇ ਮਾਂ-ਬਾਪ ਤੋਂ, ਜਦੋਂ ਸੰਸਕਾਰ ਉਹਨਾਂ ਨੇ ਕੀਤਾ ਔਰ ਲੜਕੀ ਦੇ ਮਾਂ-ਬਾਪ ਦੇ ਉੱਪਰ ਲਾਠੀਚਾਰਜ ਕੀਤਾ, ਇਸ ਤੋਂ ਕਾਨੂੰਨੀ ਘਟਨਾ। ਮੇਰੀ ਸਾਹਿਬ ਨਾਲ ਦੀ ਨਾਲ ਜਦੋਂ ਇੱਕ ਦਿਨ ਪਹਿਲਾਂ ਜਦੋਂ ਉਹਦੀ ਮੌਤ ਤੋਂ ਬਾਅਦ ਉਹ ਜਾਂਦੇ ਨੇ ਪ੍ਰਿੰਕਾ ਗਾਂਧੀ ਤੇ ਰਾਹੁਲ ਗਾਂਧੀ, ਉਹਨਾਂ ਨੂੰ ਉੱਥੇ ਰੋਕਿਆ ਜਾਂਦਾ ਜਾਣ ਦੇ ਲਈ ਕਿ ਉਹ ਉਹਨਾਂ ਦੇ ਪਰਿਵਾਰ ਨੂੰ ਨਾ ਮਿਲ ਸਕਣ। ਪਰ ਦੂਸਰੇ ਦਿਨ ਜਦੋਂ ਉਹਨਾਂ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਹੈ, ਪ੍ਰਿੰਕਾ ਗਾਂਧੀ ਤੇ ਰਾਹੁਲ ਗਾਂਧੀ ਉਹਨਾਂ ਦੀ ਫੈਮਿਲੀ ਨੂੰ ਮਿਲ ਲੈਂਦੇ ਨੇ ਤੇ ਉੱਤੇ ਜੋਗੀ ਦੀ ਸਟੇਟਮੈਂਟ ਆਈ ਹੈ ਕਿ ਵਿਪਕਸ਼ ਜਿਹੜਾ ਆ ਉਹ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਇਸ ਚੀਜ਼ ਨੂੰ, ਜਦਕਿ ਇਹੋ ਜਿਹੀਆਂ ਚੀਜ਼ਾਂ ਹੋਈਆਂ ਹੀ ਨਹੀਂ। ਜਿਹੜਾ ਇੱਕ ਦਿਨ ਇਹਨਾਂ ਨੇ ਨਹੀਂ ਜਾਣ ਦਿੱਤਾ, ਜਿਹੜੇ ਵੀ ਉਹਨਾਂ ਦੇ ਕੋਈ ਉਸ ਜਗ੍ਹਾ ਦੇ ਉੱਪਰ ਇਹਨਾਂ ਨੇ ਆਪਣੇ ਆਪ ਨੂੰ ਠੀਕ ਢੰਗ ਕਰਨਾ ਸੀਗਾ, ਆਪਣੇ ਆਪ ਨੂੰ ਠੀਕ ਢੰਗ ਕਰਨ ਵਾਸਤੇ ਇਹਨਾਂ ਨੇ ਪਹਿਲਾਂ ਉਹਨਾਂ ਨੂੰ ਪ੍ਰਿੰਕਾ ਗਾਂਧੀ ਔਰ ਰਾਹੁਲ ਗਾਂਧੀ ਜੀ ਨੂੰ ਰੋਕਿਆ। ਔਰ ਜਦੋਂ ਮੌਕੇ ਤੇ ਜਾ ਕੇ ਉਹਦੀ ਭੈਣ ਨੂੰ, ਉਹਦੇ ਫਾਦਰ ਮਦਰ ਨੂੰ ਮਿਲੇ ਔਰ ਉਹਨਾਂ ਨੇ ਜੋ ਦਾਸਤਾਨ ਦੱਸੀ ਹੈ, ਇਸ ਤੋਂ ਕਾਨੂੰਨੀ ਘਟਨਾ ਕਦੇ ਨਹੀਂ ਘਟ ਸਕਦੀ। ਔਰ ਸਾਡੀ ਆਲ ਇੰਡੀਆ ਕਾਂਗਰਸ ਕਮੇਟੀ, ਸਾਡੀ ਪੰਜਾਬ ਕਾਂਗਰਸ ਕਮੇਟੀ, ਸਾਡੇ ਸਾਰੇ ਦਲਿਤ ਭਾਈ ਇਸ ਕਾਨੂੰਨੀ ਘਟਨਾ ਨੂੰ। ਪਰ ਬੇਰੀ ਸਾਹਿਬ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ, ਕਿਉਂਕਿ ਬੀਜੇਪੀ ਵੀ ਕਹੀ ਜਾ ਰਿਹਾ ਕਿ ਇਹਨੂੰ ਜਾਤ ਪਾਤ ਦੇ ਨਾਲ ਨਾ ਜੋੜਿਆ ਜਾਵੇ, ਪਰ ਇਹ ਤਾਂ ਸਾਫ਼ ਜਗ ਜ਼ਾਹਰ ਹੋ ਰਿਹਾ ਕਿ ਕਿਤੇ ਨਾ ਕਿਤੇ ਉਹ ਦਲਿਤ ਹੋਣ ਕਰਕੇ ਉਹਨੂੰ ਇਨਸਾਫ 'ਚ ਦੇਰੀ ਜਿਹੜੀ ਉਹ ਹੋ ਰਹੀ ਹੈ। ਪਰ ਦੂਸਰੇ ਪਾਸੇ ਜਦੋਂ 2019 ਦੇ ਵਿੱਚ ਪ੍ਰਿੰਕਾ ਰੈਡੀ ਦੀ ਮੌਤ ਹੁੰਦੀ ਹੈ ਤੇ ਹਫ਼ਤੇ ਬਾਅਦ ਇਨਕਾਊਂਟਰ ਕਰ ਦਿੱਤਾ ਜਾਂਦਾ ਹੈ ਤੇ ਪੰਜਾਬ ਸਰਕਾਰ, ਕੈਪਟਨ ਸਾਹਿਬ ਬੜੀ ਜਲਦੀ ਹਰਕਤ 'ਚ ਆ ਜਾਂਦੇ, ਸ਼ਕਤੀ ਐਪ ਲਾਂਚ ਕਰ ਦਿੰਦੇ ਨੇ, ਪਿਕ ਐਂਡ ਡ੍ਰੌਪ ਦੀ ਸਰਵਿਸ ਸ਼ੁਰੂ ਕਰ ਦਿੰਦੇ ਨੇ। ਹੁਣ ਕੈਪਟਨ ਸਾਹਿਬ ਕਿੱਥੇ ਨੇ? ਕੈਪਟਨ ਸਾਹਿਬ ਦੀ ਤਾਂ ਇੱਕ ਵੀ ਸਟੇਟਮੈਂਟ ਨਹੀਂ ਆਈ। ਕੈਪਟਨ ਸਾਹਿਬ ਦੀ ਬਿਲਕੁਲ ਸਟੇਟਮੈਂਟ ਆਈ ਹੈ, ਪਹਿਲੇ ਦਿਨ ਹੀ ਆ ਗਈ ਸੀਗੀ ਸਟੇਟਮੈਂਟ। ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਦਲਿਤ ਭਾਈਚਾਰੇ ਦੇ ਨਾਲ ਖੜੇ ਹਾਂ, ਪਹਿਲਾਂ ਵੀ ਖੜੇ ਸੀ, ਹੁਣ ਵੀ ਖੜੇ ਹਾਂ। ਔਰ ਅੱਜ ਸਾਡੀ ਇਹੀ ਮੰਗ ਹੈ, ਪੰਜਾਬ ਸਰਕਾਰ ਵੱਲੋਂ ਇਹ ਮੰਗ ਹੈ ਕਿ ਉਹਨਾਂ ਨੂੰ ਜਿੰਨੀ ਜਲਦੀ ਸਜ਼ਾ ਮਿਲਣੀ ਚਾਹੀਦੀ, ਉਨੀ ਜਲਦੀ ਸਜ਼ਾ ਮਿਲਣੀ ਚਾਹੀਦੀ ਹੈ ਉਸ ਪਰਿਵਾਰ ਨੂੰ। ਕੀ ਲੱਗਦਾ ਕਿ ਪੰਜਾਬ ਦੇ ਵਿੱਚ ਧਰਨੇ ਲਾਉਣ ਦੇ ਨਾਲ, ਪੰਜਾਬ ਦੇ ਵਿੱਚ ਕੈਂਡਲ ਮਾਰਚ ਕਰਨ ਦੇ ਨਾਲ ਉੱਥੇ ਉਹਨੂੰ ਇਨਸਾਫ ਮਿਲ ਜਾਏਗਾ? ਮੈਡਮ, ਸਾਡੇ ਹਿੰਦੁਸਤਾਨ ਦੇ ਵਿੱਚ ਡੈਮੋਕ੍ਰੇਸੀ ਹੈ। ਜੇ ਡੈਮੋਕ੍ਰੇਸੀ ਤਾਨਾਸ਼ਾਹ ਦਾ ਮੁਕਾਬਲਾ ਨਹੀਂ ਕਰ ਸਕਦੀ ਤੇ ਸਾਨੂੰ ਸਾਰਿਆਂ ਨੂੰ ਫਿਰ ਚੁੱਪ ਕਰਕੇ ਬਹਿਣਾ ਪੈਣਾ। ਜੇ ਅਸੀਂ ਧਰਨੇ ਪ੍ਰਦਰਸ਼ਨ ਨਹੀਂ ਕਰਾਂਗੇ, ਉਹ ਜਿਹੜੀ ਉੱਪਰ ਗੂੰਗੀ ਤੇ ਬਹਿਰੀ ਸਰਕਾਰ ਹੈ, ਸੈਂਟਰ ਸਰਕਾਰ, ਉਹਨੂੰ ਨਹੀਂ ਪਤਾ ਲੱਗੇਗਾ ਤੇ ਉਹ ਬਿਲਕੁਲ ਅੱਗੇ ਵੀ ਹੋਰ ਕੋਈ ਇਹੋ ਜਿਹਾ ਗਲਤ ਕਦਮ ਚੱਕਣਗੇ। ਅੱਜ ਸਾਡੀ ਇਹੀ ਮੰਗ ਹੈ ਕਿ ਇੱਕ ਤੇ ਸਾਡੀ ਲੜਕੀ ਮਨੀਸ਼ਾ ਚਲੇ ਗਈ ਹੈ, ਜਿਹਦੇ ਨਾਲ ਐਡਾ ਵੱਡਾ ਗੈਂਗਰੇਪ ਹੋਇਆ, ਕੱਲ ਨੂੰ ਕੋਈ ਹੋਰ ਸਾਡੀ ਭੈਣ, ਸਾਡੀ ਲੜਕੀ ਦੇ ਨਾਲ ਇਹੋ ਜਿਹਾ ਕੰਮ ਨਾ ਹੋਏ। ਸਾਹਿਬ ਨੇ ਜਿੱਦਾਂ ਸ਼ਕਤੀ ਐਪ ਲਾਂਚ ਕੀਤਾ ਸੀ, ਪਿਕ ਐਂਡ ਡ੍ਰੌਪ ਦੀ ਸਰਵਿਸ ਸ਼ੁਰੂ ਕੀਤੀ ਸੀ, ਕਿ ਹੁਣ ਇਦਾਂ ਦਾ ਕੁਝ ਕਰਨਗੇ? ਕਿਉਂਕਿ ਹੁਣ ਵੀ ਕੁੜੀਆਂ ਸੁਰੱਖਿਅਤ ਨਹੀਂ ਨੇ, ਅੱਧੀ ਰਾਤ ਨੂੰ ਕੰਮ ਤੇ ਜਾਂਦੀਆਂ ਨੇ, ਆਉਂਦੀਆਂ ਨੇ, ਹਜੇ ਵੀ ਸੇਫ ਮਹਿਸੂਸ ਨਹੀਂ ਕਰ ਰਹੀਆਂ। ਜਿਹੋ ਜਿਹੀਆਂ ਵਾਰਦਾਤਾਂ ਹੋ ਰਹੀਆਂ ਨੇ, ਉਸ ਤੋਂ ਬਾਅਦ ਯੋਗੀ ਦੀ ਸਰਕਾਰ ਦੀ ਸਟੇਟਮੈਂਟ ਆਉਣੀ, ਉਹ ਤਾਂ ਇੱਕਦਮ ਹਿਲਾ ਕੇ ਰੱਖ ਰਹੀ ਔਰਤਾਂ ਨੂੰ। ਬਿਲਕੁਲ ਬਿਲकुल ਯੋਗੀ ਸਰਕਾਰ ਔਰ ਮੋਦੀ ਸਰਕਾਰ ਦੇ ਵਿੱਚ ਕੋਈ ਫਰਕ ਨਹੀਂ। ਉਹ ਜਿੰਨਾ ਕੈਪਟਨ ਸਾਹਿਬ ਦਾ 3 ਸਾਲ ਹੋ ਗਏ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਹੈ। ਮੈਂ ਪਹਿਲਾਂ ਵੀ ਬੋਲਦਿਆਂ ਕਿਹਾ ਕਿ ਜਿੰਨੇ ਵੱਡੇ ਗੈਂਗਸਟਰ ਸੀ, ਜਿੰਨੇ ਵੱਡੇ ਬਦਮਾਸ਼ ਸੀ, ਜਾਂ ਤੇ ਉਹ ਪੰਜਾਬ ਨੂੰ ਛੱਡ ਗਏ ਜਾਂ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਨੇ। ਔਰ ਕੈਪਟਨ ਸਾਹਿਬ ਨੇ ਜਦੋਂ ਦੀ ਸਰਕਾਰ ਨੂੰ ਸੰਭਾਲਿਆ, ਅੱਜ ਸਾਡੀਆਂ ਜਿੰਨੀਆਂ ਭੈਣਾਂ ਨੇ, ਜਿੰਨੀਆਂ ਲੜਕੀਆਂ, हर बारी इदा क्यों होंदा कि जदों असीं सवाल पूछण लगदे तुसीं हमेशा नारे लगवा दिंदे, उदों भी उत्थे नारेबाजी जदों हुंदी सी असीं सवाल पुछ रहे तुसीं उदों भी नारे लगवा दिंदे। ਅਸੀਂ ਆਪਣਾ ਰੋਜ਼ ਪ੍ਰਦਰਸ਼ਨ ਕਰਦੇ ਪਏ, ਕੋਈ ਇਹ ਨਹੀਂ ਤੁਸੀਂ ਸਵਾਲ ਪੁੱਛੀ ਚਲੋ, ਅਸੀਂ ਤਾਂ ਆਪਣਾ ਪ੍ਰਦਰਸ਼ਨ ਕਰਦੇ ਪਏ, ਸਾਨੂੰ ਉਹਦੇ ਨਾਲ ਕੋਈ ਪੁੱਛੋ ਆਪਣੇ ਸਵਾਲ। ਤੁਹਾਨੂੰ ਇਹੀ ਕਿਹਾ ਵੀ ਜਦੋਂ ਦੀ ਸਾਡੀ ਸਰਕਾਰ ਬਣੀ, ਕੈਪਟਨ ਸਾਹਿਬ ਦੀ ਸਰਕਾਰ ਬਣੀ, ਅੱਜ ਸਾਡੀਆਂ 12-12 1-1 ਵਜੇ ਤੱਕ ਸਾਡੀਆਂ ਭੈਣਾਂ, ਸਾਡੇ ਬੱਚੇ ਜਾ ਰਹੇ ਆ, ਸਰਵਿਸ ਤੇ ਵੀ ਜਾਂਦੇ ਆਉਂਦੇ ਵੀ ਹੈ, ਲੇਕਿਨ ਕੋਈ ਇਹੋ ਜਿਹੀ ਕਾਨੂੰਨੀ ਘਟਨਾ ਨਹੀਂ ਘਟੇਗੀ। ਜੇ ਕੋਈ ਘਟੇਗੀ ਤੇ ਉਹਦਾ ਜੋ ਇਲਜ਼ਾਮ ਬੰਦਾ
ਜੋ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਬਣਦੀ ਹੈ ਉਹ ਅਸੀਂ ਜ਼ਰੂਰ ਕਰਾਂਗੇ। ਜੀ ਕੀ ਕਹਿਣਾ ਚਾਹੁੰਦੇ ਬਾਬਾ ਜੀ ਲਗਾਤਾਰ ਇਹ ਜਿਹੜੀਆਂ ਵਾਰਦਾਤਾਂ ਹੁੰਦੀਆਂ ਪਈਆਂ ਨੇ ਕੀ ਕਾਰਨ ਹੈ ਕਿ ਕਿੱਥੇ ਅਸੀਂ ਕਮਜ਼ੋਰ ਪੈ ਗਏ ਆ ਕਿ ਜਿਹੜੀਆਂ ਔਰਤਾਂ ਦੀ ਜਿਹੜੀ ਅਸੀਂ ਇੱਜ਼ਤ ਨਹੀਂ ਕਰ ਪਾ ਰਹੇ ਜਾਂ ਉਹਨਾਂ ਦੀ ਹਿਫਾਜ਼ਤ ਨਹੀਂ ਕਰ ਪਾ ਰਹੇ ਜਾਂ ਕੋਈ ਹੋਰ ਕਾਰਨ ਅਸੀਂ ਇੱਥੇ ਦੇਖ ਰਹੇ ਹਾਂ? ਨਹੀਂ, ਹੋਰ ਕਾਰਨ ਤਾਂ ਬੇਟਾ ਜੀ ਇਸ ਦੇ ਵਿੱਚ ਕੋਈ ਨਹੀਂ ਆ। ਨਾ ਅਸੀਂ ਕਮਜ਼ੋਰ ਆ, ਅਸੀਂ ਪਹਿਲਾਂ ਵੀ ਦੁਆਬੇ ਦੇ ਵਿੱਚ ਉਹ ਚੀਜ਼ ਕਰਕੇ ਦਿਖਾਲੀ ਹੋਈ ਆ। ਜੇ ਇਹ ਚੀਜ਼ ਦਾ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਆਪਣਾ ਸੰਘਰਸ਼ ਹੋਰ ਤੇਜ਼ ਕਰਾਂਗੇ। ਇਹ ਸੈਂਟਰ ਦੀਆਂ ਸਰਕਾਰਾਂ ਜਾਣਦੀਆਂ, ਜਦੋਂ ਕਹਿਣ ਦਾ ਮਤਲਬ ਕੋਈ ਵੀ ਕੰਮ ਪੰਜਾਬ ਦੇ ਵਿੱਚੋਂ ਦੁਆਬਾ ਕਰਦਾ ਨਾ, ਉਹਦੀ ਲਹਿਰ ਜਿਹੜੀ ਬੜੀ ਤੇਜ਼ ਹੋਣੀ ਆ। ਅਸੀਂ ਇਹ ਸਮਾਂ ਦੇਖੋ, ਅਸੀਂ ਤਾਂ ਹਾਲੇ ਪ੍ਰੋਸੈਸ ਜਿਹੜਾ ਹੌਲੀ ਹੌਲੀ ਸ਼ੁਰੂ ਕੀਤਾ ਵਾ, ਇਹਦਾ ਅਸੀਂ ਇਨਸਾਫ ਲੈ ਕੇ ਰਵਾਂਗੇ। ਔਰ ਆਉਣ ਵਾਲੇ ਸਮੇਂ ਦੇ ਵਿੱਚ 22 ਦੇ ਵਿੱਚ ਮੋਦੀ ਸਰਕਾਰ ਨੂੰ ਜੁੱਤੀਆਂ ਦਾ ਹਾਰ ਪਵਾ ਕੇ ਆਪਣੇ ਮਹੱਲਿਆਂ ਚੋਂ ਕੱਢਣ ਦੀ ਜੁਰਤ ਰੱਖਾਂਗੇ। ਪਰ ਤੁਸੀਂ ਜਿਹੜੀ ਇਹ ਗੱਲ ਕਹਿ ਰਹੇ, ਯੋਗੀ ਬਾਰ-ਬਾਰ ਇਹ ਸਟੇਟਮੈਂਟ ਦੇ ਰਿਹਾ ਕਿ ਸਾਡਾ ਕੰਮ ਗਾਵਾਂ ਬਚਾਉਣੀਆਂ, ਕੁੜੀਆਂ ਬਚਾਉਣਾ ਨਹੀਂ ਆ, ਤੇ ਦੂਸਰੇ ਪਾਸੇ ਉਹ ਇਹ ਕਹਿ ਰਹੇ ਨੇ ਕਿ ਠਾਕੁਰਾਂ ਦਾ ਖੂਨ ਦੇਖੋ, ਗਰਮ ਹੁੰਦਾ। ਇੱਕ ਗੱਲ ਹੈ, ਗਾਵਾਂ ਬਚਾਉਣੀਆਂ, ਗਾਵਾਂ ਉਹਨਾਂ ਦੀਆਂ ਮਾਂ ਆ, ਸਾਨ ਉਹਨਾਂ ਦੇ ਪਿਓ ਆ, ਭਾਵੇਂ ਲੋਕਾਂ ਕੋਲ ਡਾਂਗਾ ਖਾਣ। ਕਿਉਂ? ਉਹ ਵੀ ਆਮਦਨ ਖਾਤਾ, ਪ੍ਰਧਾਨ ਮੰਤਰੀ ਵੀ ਆਮਦਨ ਖਾਤਾ, ਉਹਨਾਂ ਨੇ ਗਾਵਾਂ ਦੇ ਨਾਲ ਹੀ ਕੁਝ ਕਰਨਾ। ਸਾਨ ਉਹਨਾਂ ਦੇ ਪਿਓ ਫਿਰਦੇ ਰਹਿੰਦੇ ਸੜਕਾਂ 'ਚ, ਉਹਨਾਂ ਦੀ ਦੇਖ ਰੇਖ ਨਹੀਂ। ਅੱਜ ਇੱਕ ਗੱਲ ਨੋਟ ਕਰ ਲਓ, ਜੋ ਨੀਤੀ ਅਸੀਂ ਇਹ ਨਹੀਂ ਕਵਾਂਗੇ ਕਿ ਜੇ ਭਾਜਪਾ ਦੀ ਇਹ ਨੀਤੀ ਹੈ, ਭਾਜਪਾ ਜੁੱਤੀਆਂ ਖਾਣ ਦੇ ਲਾਇਕ ਰਹੇਗੀ ਔਰ ਪੈਣਗੀਆਂ। ਪਰ ਉਹ ਤਾਂ ਕਹਿੰਦੇ ਕਿ ਠਾਕੁਰਾਂ ਦਾ ਖੂਨ ਗਰਮ ਆ ਤੇ ਖੂਨ ਗਰਮ ਹੋਣ ਕਰਕੇ ਗੁੱਸੇ 'ਚ ਗਲਤੀਆਂ ਹੋ ਜਾਂਦੀਆਂ ਨੇ। ਵਾਲਮੀਕੀ ਸਮਾਜ ਦਾ ਉਹ ਤੋਂ ਜ਼ਿਆਦਾ ਖੂਨ ਗਰਮ ਹੈ। ਜੇ ਅੱਜ ਵਾਲਮੀਕੀ ਸਮਾਜ ਹੈ ਤੇ ਠਾਕਰ ਵਾਕਰ ਹੈ, ਜੇ ਵਾਲਮੀਕੀ ਸਮਾਜ ਨਹੀਂ ਤਾਂ ਠਾਕਰ ਵੀ ਨਹੀਂ। ਆਮਣਾ ਸਾਹਮਣਾ ਕਰਾ ਦੇਣ, ਅਸੀਂ ਚੈਲੰਜ ਕਰਦੇ ਹਾਂ ਆਮਣੇ ਸਾਹਮਣੇ ਦਾ। ਉਹ ਵੀ ਆਪਣੀ ਸੂਬਾ ਛੱਡ ਦੇਣ, ਅਸੀਂ ਵੀ ਆਪਣਾ ਸੂਬਾ ਛੱਡ ਦੇ ਪੰਜਾਬ, ਇੱਕ ਸੂਬਾ ਤੈਅ ਕਰ ਲੈਣੇ, ਆਮਣਾ ਸਾਹਮਣਾ ਕਰ ਲੈਣ ਠਾਕਰ ਤਾਂ ਵਾਲਮੀਕੀ ਸਮਾਜ। ਅਸੀਂ ਖੁੱਲਾ ਚੈਲੰਜ ਕਰਦੇ, ਅਸੀਂ ਲੜਾਈ ਤੋਂ ਵੀ ਨਹੀਂ ਡਰਦੇ। ਅਗਲੀ ਰਣਨੀਤੀ ਕੀ ਰਹੇਗੀ ਬਾਬਾ ਜੀ? ਅਗਲੀ ਰਣਨੀਤੀ ਅਸੀਂ ਆਪਣੇ ਧੜੇ ਦੇ ਵਿੱਚ ਬੈਠ ਕੇ ਮੀਟਿੰਗ ਕਰਕੇ ਅਗਲੀ ਰਣਨੀਤੀ ਵੀ ਤੁਹਾਨੂੰ 2-4 ਦਿਨਾਂ ਦੇ ਵਿੱਚ ਕਲੀਅਰ ਕਰ ਦਿਆਂਗੇ। ਦੋ ਸਵਾਲ ਆ ਜਿਨ੍ਹਾਂ ਦਾ ਅਸੀਂ ਜਵਾਬ ਦੇਣਾ ਚਾਹੁੰਦੇ। ਤੁਸੀਂ ਬੇਰੀ ਸਾਹਿਬ ਨੂੰ ਪੁੱਛਿਆ, ਐਮਐਲਏ ਨੂੰ, ਮੌਜੂਦਾ ਐਮਐਲਏ ਕਾਂਗਰਸ ਦਾ, ਕਿ ਇੱਕ ਅੰਨੀ ਸਰਕਾਰ ਤੋਂ ਇਨਸਾਫ ਮੰਗਿਆ ਨਹੀਂ ਜਾਂਦਾ, ਇਨਸਾਫ ਲਿੱਤਾ ਜਾਂਦਾ। ਜਿਹੜੀ ਸਰਕਾਰ ਹੀ ਅੰਨੀ ਆ, ਕਾਨੂੰਨ ਅੰਨਾ ਆ, ਉੱਥੇ ਅਸੀਂ ਅਪੇਕਸ਼ਾ ਨਹੀਂ ਕਰਦੇ ਕਿ ਅਸੀਂ ਅੰਨਿਆਂ ਕੋਲੋਂ ਇਨਸਾਫ ਮੰਗੇ। ਉਹਨਾਂ ਤਾਂ ਵਿਚਾਰਿਆਂ ਨੂੰ ਦੇਖਦਾ ਹੀ ਨਹੀਂ ਪਿਆ ਕੁਝ ਵੀ, ਇਸ ਕਰਕੇ ਦੇਖਦਾ ਤਾਂ ਸਾਨੂੰ ਹੈ। ਇਸ ਕਰਕੇ ਅਸੀਂ ਉਹਨਾਂ ਨੂੰ ਦੱਸਾਂਗੇ ਇਨਸਾਫ ਲਿਆ ਕੇ ਬੇਇਨਸਾਫ ਲਿੱਤਾ ਜਾਂਦਾ ਆ। ਦੂਸਰੀ ਗੱਲ ਤੁਹਾਡੀ ਸੀਗੀ ਕਿ ਤੁਸੀਂ ਇਸ ਸਮਾਜ ਦੇ ਵਿੱਚ ਵੱਧਦੇ ਅਤਿਆਚਾਰ ਤੇ ਭ੍ਰਸ਼ਟਾਚਾਰ ਨੂੰ, ਤੁਹਾਨੂੰ ਪਤਾ ਕਿ ਜਿਹੜੇ ਇਹਨਾਂ ਨੇ ਬੰਨ ਲਗਾ ਲਏ ਆ, ਮੂੰਹ ਬੰਦ ਕਰ ਲਏ ਆ, ਲੁੱਕ ਕੇ ਜਿਹੜੇ ਆ ਅਤਿਆਚਾਰ ਕਰਨ ਤੋਂ ਬਾਅਦ 'ਚ ਆਪਣੀਆਂ ਗਲਤੀਆਂ ਨੂੰ ਛੁਪਾਉਣ ਦੇ ਲਈ ਰਾਤ ਨੂੰ, ਅੱਧੀ ਰਾਤ ਨੂੰ ਉਸ ਬੱਚੀ ਦੀ ਲਾਸ਼ ਨੂੰ ਤੇਲ ਪਾ ਕੇ ਅੱਗ ਲਗਾਉਂਦੇ ਪਏ ਆ। ਇਹ ਤੋਂ ਸ਼ਰਮਸਾਰ ਕੀ ਉਸ ਦੇ ਆਪਣੇ ਆਪ ਨੂੰ ਠਾਕਰ ਕਹਿੰਦੇ ਆ। ਮੈਂ ਮੋਦੀ ਦੀ ਗੱਲ ਕਰਦਾ ਆ। ਮੋਦੀ ਜਦੋਂ ਦਾ ਆਇਆ ਉਹਨੇ 2 ਗੱਲਾਂ ਕੀਤੀਆਂ। ਇੱਕ ਸਿਰਫ ਸਮਾਜ ਦੇ ਵਿੱਚ ਵਿਕਾਸ ਦੀ ਗੱਲ ਕਰਦਾ ਸੀਗਾ। ਉਹ ਕਹਿੰਦਾ ਸੀਗਾ ਕਿ ਮੈਂ ਹਰ ਜਗ੍ਹਾ ਦੇ ਉੱਤੇ ਮੇਰੀ ਸੋਚ ਦੇ ਨਾਲ ਚੱਲੋਗੇ ਤੇ ਮੈਂ ਸੋਚ ਬਣਾਉਂਗਾ। ਯਾਨੀ ਕਿ ਮੋਦੀ ਦੀ ਜਿਹੜੀ ਸੋਚ ਆ ਨਾ, ਉਹ ਸ਼ੌਚਾਲੇ ਤੱਕ ਆ, ਉਹ ਤੋਂ ਅੱਗੇ ਹੈ ਨਹੀਂ। ਫਿਰ ਉਹ ਬੇਟੀ ਬਚਾਓ ਤੇ ਬੇਟੀ ਪੜਾਓ ਦਾ ਨਾਰਾ ਕਿਉਂ ਦਿੰਦੇ ਨੇ? ਕੀ ਲੱਗਦਾ ਕਿ ਵਾਜਬ ਹੈ ਉਹਨਾਂ ਲਈ? ਅੰਨੇ ਨੂੰ ਦੇਖਦਾ ਹੀ ਕੁਝ ਨਹੀਂਗਾ। ਮਹਾਭਾਰਤ 'ਚ ਅੰਨਾ ਹੀ ਸੀਗਾ ਰਾਜਾ, ਤੇ ਜਿਹੜੇ ਸੀਗੇ ਆਪਣੇ ਮੰਤਰੀ ਬੈਠੇ ਸੀਗੇ ਭੀਸ਼ਮ ਪਿਤਾਮਾ ਵਰਗੇ, ਉਹ ਵੀ ਗੂੰਗੇ ਹੋ ਕੇ ਬਹਿ ਗਏ ਸੀਗੇ। ਅੱਜ ਇਸੇ ਤਰੀਕੇ ਨਾਲ ਸਾਡੇ ਸਮਾਜ ਦੇ ਜਿਹੜੇ ਲੋਕ ਆ, ਜਿਹੜੇ ਉੱਥੇ ਮੰਤਰੀ ਬਣ ਕੇ ਬੈਠੇ ਆ, ਅੱਜ ਉਹ ਵੱਜੇ ਪਏ ਆ। ਨਹੀਂ ਲੱਗਦਾ ਨਹੀਂ ਕਿ ਜਦੋਂ ਕੇਂਦਰ ਦੇ ਵਿੱਚ ਜਦੋਂ ਚੀਜ਼ਾਂ ਹੁੰਦੀਆਂ ਨੇ ਤੇ ਓਪੋਜੀਸ਼ਨ ਪਾਰਟੀ ਭਾਵੇਂ ਪੰਜਾਬ 'ਚ ਹੋਵੇ ਚਾਹੇ ਕਿਸੇ ਵੀ ਜਗ੍ਹਾ ਤੇ ਹੋਵੇ, ਵਿਰੋਧ ਕਰਦੀ ਹੈ। ਪੰਜਾਬ ਦੀ ਪਾਰਟੀ ਨੇ ਇੱਕ ਵਾਰੀ ਵਿਰੋਧ ਨਹੀਂ ਕੀਤਾ, ਹਜੇ ਵੀ ਕਿਸਾਨਾਂ ਵੱਲ ਹੀ ਹੈ। ਚਲੋ ਕਿਸਾਨਾਂ ਦੇ ਨਾਲ ਵੀ ਧੱਕਾ ਹੁੰਦਾ, ਪਰ ਲੱਗਦਾ ਨਹੀਂ ਸੀਗਾ ਕਿ ਉਹਨਾਂ ਦੀ ਵੀ ਕੋਈ ਸਟੇਟਮੈਂਟ ਆਣੀ ਚਾਹੀਦੀ ਸੀਗੀ। ਚਾਹੇ ਹਰਸਿਮਰਤ ਕੌਰ ਬਾਦਲ ਆ, ਚਾਹੇ ਬੀਬੀ ਬਲਜਿੰਦਰ ਕੌਰ ਆ, ਇਹਨਾਂ ਦੀ ਕਿਉਂ ਨਹੀਂ ਹਜੇ ਤੱਕ ਸਟੇਟਮੈਂਟ ਆਈ ਕਿ ਇਹ ਔਰਤਾਂ ਨਹੀਂ? ਦੇਖੋ, ਕੈਪਟਨ ਜਿਹੜਾ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਉਹ ਅਯਾਸ਼ ਆ। ਅਯਾਸ਼ੀ ਕਰਨਾ ਉਹਦਾ ਜਿਹੜਾ ਹੈ ਉਹਦਾ ਕੰਮ ਆ। ਦੂਸਰੀ ਗੱਲ, ਅਕਾਲੀ ਸਰਕਾਰ ਜਾਂ ਜੇ ਅਸੀਂ ਕਾਂਗਰਸ ਸਰਕਾਰ ਦੀ ਗੱਲ ਕਰਦੇ ਆ, ਇਹਨਾਂ ਨੂੰ ਸਿਰਫ ਸਾਡੇ ਸਮਾਜ ਦੀਆਂ ਵੋਟਾਂ ਚਾਹੀਦੀਆਂ, ਚਾਹੇ ਉਹ ਦਲਿਤ ਹੋਵੇ, ਵਾਲਮੀਕ ਸਮਾਜ ਹੋਵੇ, ਕ੍ਰਿਸਚਨ ਸਮਾਜ ਹੋਵੇ, ਜਿਹੜੇ ਮਰਜ਼ੀ ਸਮਾਜ ਹੋਵੇ, ਇਹਨਾਂ ਨੂੰ ਸਿਰਫ ਉੱਥੇ ਵੋਟਾਂ ਲੈਣੀਆਂ। ਤੇ ਸਾਡਾ ਸਮਾਜ ਮੂਰਖ ਜਿਹਾ ਬਣ ਕੇ ਇਹਨਾਂ ਨੂੰ ਵੋਟਾਂ ਦੇ ਦਿੰਦਾ ਤੇ ਸਰਕਾਰਾਂ ਬਣਾ ਦਿੰਦਾ। ਪਰ ਅੱਜ ਅਸੀਂ ਦੱਸ
ਦੱਸਦੇ ਹਾਂ ਤੁਹਾਨੂੰ ਅੱਜ ਇਸ ਚੌਂਕ ਦੇ ਵਿੱਚ ਵਾਲਮੀਕ ਭਗਵਾਨ ਚੌਂਕ ਦੇ ਵਿੱਚ ਖੜੇ ਹੋ ਕੇ ਕਿ ਹਮ ਭਾਰਤੀ ਪਾਰਟੀ ਇਸ ਵਾਰ ਜਿਹੜਾ ਪੂਰੀ ਤਰੀਕੇ ਨਾਲ ਕਮਰ ਕੱਸ ਕੇ ਉਤਰੇਗਾ ਔਰ ਇਹਨਾਂ ਦਾ ਸਫਾਇਆ ਕਰੇਗਾ ਔਰ ਪੂਰੀ ਤਰ੍ਹਾਂ ਨਾਲ ਸਫਾਇਆ ਕਰੇਗਾ 117 ਸੀਟਾਂ ਦੇ ਉੱਤੇ। ਅਸੀਂ ਦੱਸਦੇ ਹਾਂ ਇਹਨਾਂ ਨੂੰ ਦੱਸਾਂਗੇ ਸਰਕਾਰਾਂ ਚੱਲਦੀਆਂ ਕਿੱਦਾਂ, ਇਨਸਾਫ ਮਿਲਦੇ ਕਿੱਦਾਂ ਆ। ਅਕਸ਼ਰਾ ਜੀ ਕੀ ਕਹਿਣਾ ਚਾਹੁੰਦੇ ਆ ਤੁਸੀਂ? ਆਪ ਇੱਕ ਔਰਤ ਆ, ਬਾਰ-ਬਾਰ ਔਰਤਾਂ ਦੇ ਨਾਲ ਇਹ ਚੀਜ਼ ਹੋਣ ਤੋਂ ਬਾਅਦ ਇਨਕਾਰ ਦਿੱਤਾ ਜਾਣਾ ਕਿ ਉਹਦੇ ਨਾਲ ਰੇਪ ਨਹੀਂ ਹੋਇਆ, ਉਸ ਚੀਜ਼ ਨੂੰ ਕਿਵੇਂ ਲੈਣੇ? ਕਿਉਂਕਿ ਆਉਣ ਵਾਲਾ ਉਹ ਸਮਾਂ ਦੂਰ ਨਹੀਂ ਜਦੋਂ ਅਸੀਂ ਵੀ ਤੇ ਤੁਸੀਂ ਵੀ ਹੋ ਸਕਦੇ ਹੋ। ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਬਲਾਤਕਾਰ ਹੁੰਦਾ ਆ, ਬਾਅਦ ਚ ਤੁਰੰਤ ਹੀ ਫਾਂਸੀ ਜਿਹੜੀ ਆ ਨਹੀਂ ਦਿੱਤੀ ਜਾਂਦੀ ਆ। ਇਹ ਅੱਗੇ ਆਉਣ ਵਾਲਾ ਸਮਾਂ ਇੰਨਾ ਘਟਿਆ ਹੋ ਰਿਹਾ ਹੈ ਜੋ ਕਿ ਅੱਜ ਬੀਜੇਪੀ ਸਰਕਾਰ ਨੇ, ਤੁਸੀਂ ਦੇਖਿਆ ਹੀ ਆ ਕਿ ਮੋਦੀ ਤੇ ਆਦਿੱਤਿਆਨਾਥ ਦਾ ਜਿਹੜਾ ਪੁਤਲਾ ਆ ਉਹ ਸਾੜਿਆ ਗਿਆ ਆ। ਔਰ ਇਸ ਤੋਂ ਹੁਣ ਤੁਸੀਂ ਦੇਖ ਰਹੇ ਹੋ ਕਿ ਪੂਰਾ ਜਿਹੜਾ ਰੋਡ ਹੈ ਵਾਲਮੀਕੀ ਰੋਡ ਜਿਹੜਾ ਆ ਪੂਰਾ ਹੀ ਜਿਹੜਾ ਆ ਉਹ ਜਾਮ ਹੋਇਆ ਪਿਆ ਆ ਇਸ ਟਾਈਮ। ਇਹ ਤੋਂ ਪਤਾ ਲੱਗਦਾ ਹੈ ਕਿ ਵਾਲਮੀਕੀ ਸਮਾਜ ਦਾ ਖੂਨ ਵੀ ਗਰਮ ਆ ਤੇ ਇਹ ਤੋਂ ਪਤਾ ਲੱਗਦਾ ਆ ਕਿ ਜੇ ਵਾਲਮੀਕੀ ਸਮਾਜ ਦੀਆਂ ਧੀਆਂ ਭੈਣਾਂ ਦੀ ਅੱਛਾ ਜੀ, ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਇਹ ਬਿਆਨ ਦਿੰਦੇ ਨੇ ਰਿਟਾਇਰ ਕਿ ਜਿਹੜੀ ਇਹ ਰੇਪ ਹੋਇਆ ਹੈ ਇਹਨੂੰ ਰੇਪ ਨਾ ਕਿਹਾ ਜਾਵੇ, ਇਹ ਇੱਕ ਬੇਰੋਜ਼ਗਾਰੀ ਦਾ ਕਾਰਨ ਆ ਕਿ ਮੁੰਡੇ ਜਿਹੜੇ ਉਹ ਬੇਰੋਜ਼ਗਾਰ ਨੇ, ਕੁੜੀਆਂ ਬੇਰੋਜ਼ਗਾਰ ਮੁੰਡਿਆਂ ਨਾਲ ਵਿਆਹ ਨਹੀਂ ਕਰਾਉਂਦੀਆਂ, ਜਿਹਦੇ ਕਰਕੇ ਮੁੰਡੇ ਜਿਹੜੇ ਇਹ ਕੰਮ ਨੂੰ ਅੰਜਾਮ ਦਿੰਦੇ ਨੇ। ਇਹਨੂੰ ਕਿੰਨਾ ਕੁ ਤੁਸੀਂ ਵਾਜਬ ਸਮਝਦੇ ਵੀ ਇਹ ਬਿਆਨ ਜਿਹੜਾ ਕਿ ਇੱਕ ਮਾਨਯੋਗ ਸੁਪਰੀਮ ਕੋਰਟ ਦੇ ਜੱਜ ਨੂੰ, ਰਿਟਾਇਰ ਜੱਜ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੀਦੀ ਸੀ? ਬਿਲਕੁਲ ਇਹ ਗਲਤ ਗੱਲ ਆ ਕਿ ਅਗਰ ਬੇਰੁਜ਼ਗਾਰ ਹੈ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ ਉਹ ਖੇਲਣਗੇ, ਉਹਨਾਂ ਨੂੰ ਮਾਰਨਗੇ, ਉਹਨਾਂ ਨੂੰ ਲੁੱਟਣਗੇ। ਇਹ ਸੁਪਰੀਮ ਕੋਰਟ ਦੇ ਅਗਰ ਜੱਜ ਨੇ ਇਦਾਂ ਦੇ ਅਗਰ ਬਿਆਨ ਦਿੱਤਾ ਹੈ ਤੇ ਮੈਂ ਇਸ ਦੀ ਪੂਰਨ ਜ਼ੋਰ ਤੇ ਇਹਦੀ ਮੈਂ ਨਿੰਦਾ ਕਰਦੇ ਹਾਂ। ਅਗਲੀ ਰਣਨੀਤੀ ਕੀ ਰਹਿਣ ਵਾਲੀ ਪੂਰੇ ਤੁਹਾਡੇ ਭਾਈਚਾਰੇ ਦੀ? ਸਾਡੀ ਪੂਰੇ ਭਾਈਚਾਰੇ ਦੀ ਅਗਲੀ ਰਣਨੀਤੀ ਇਹ ਹੋਏਗੀ ਅਗਰ ਇਹਨਾਂ ਚਾਰਾਂ ਨੂੰ ਫਾਂਸੀ ਨਾ ਦਿੱਤੀ ਗਈ, ਮਨੀਸ਼ਾ ਵਾਲਮੀਕੀ ਨੂੰ ਇਨਸਾਫ ਨਾ ਦਿੱਤਾ ਗਿਆ ਤੇ ਜਿਹੜਾ ਪ੍ਰਦਰਸ਼ਨ ਆ ਇਹ ਹੋਰ ਜ਼ੋਰ ਦੇ ਨਾਲ ਕੀਤਾ ਜਾਏਗਾ ਤੇ ਜਿਸ ਦੇ ਨਾਲ ਪਤਾ ਲੱਗ ਜਾਏਗਾ ਕਿ ਹਾਂ ਕਿ ਦਲਿਤ ਭਾਈਚਾਰਾ ਹੁਣ ਇੱਕ ਮੰਚ ਤੇ ਖੜਾ ਹੋ ਚੁੱਕਾ। ਅਕਸ਼ਰਾ ਜੀ ਤੁਸੀਂ ਇੱਕ ਆਪ ਔਰਤ ਹੋ, ਤੁਹਾਨੂੰ ਨਹੀਂ ਲੱਗਦਾ ਕਿ ਇਸ ਵਾਰ ਇਹੋ ਜੀ ਸਜ਼ਾ ਹੋਣੀ ਚਾਹੀਦੀ ਕਿ ਬਾਰ-ਬਾਰ ਕੁੜੀਆਂ ਨੂੰ ਤੇ ਬਾਕੀ ਭਾਈਚਾਰਿਆਂ ਨੂੰ ਸੜਕਾਂ ਤੇ ਨਾ ਆਉਣਾ ਪਵੇ? ਬਾਰ-ਬਾਰ ਇਹ ਚੀਜ਼ਾਂ ਹੁੰਦੀਆਂ ਨੇ, ਬਾਰ-ਬਾਰ ਸੜਕਾਂ ਤੇ ਆਉਂਦੇ, ਬਾਰ-ਬਾਰ ਕੈਂਡਲ ਮਾਰਚ ਹੁੰਦੇ ਨੇ, ਪਰ ਇਨਸਾਫ ਜਿਹੜਾ ਉਹ ਬਹੁਤ ਰੇਅਰ ਕੁੜੀਆਂ ਹੁੰਦੀਆਂ ਜਿਨ੍ਹਾਂ ਨੂੰ ਮਿਲ ਜਾਂਦਾ ਤੇ ਕਈਆਂ ਨੂੰ ਮਿਲਦਾ ਹੀ ਨਹੀਂ। ਉਸ ਚੀਜ਼ ਤੇ ਕੀ ਕਹਿਣਾ ਚਾਹੁੰਦੇ? ਬਿਲਕੁਲ ਜੀ ਕਿ ਇਦਾਂ ਦੀ ਸਜ਼ਾ ਹੁਣ ਮਿਲਣੀ ਚਾਹੀਦੀ ਹੈ ਦਰਿੰਦਗੀਆਂ ਨੂੰ ਕਿ ਇਹਨਾਂ ਨੂੰ ਚੁਰਾਹੇ ਤੇ ਖੜੇ ਕਰਕੇ ਇਹਨਾਂ ਨੂੰ ਜਲਾ ਦੇਣਾ ਚਾਹੀਦਾ ਹੈ ਤਾਂ ਕਿ ਇਦਾਂ ਦੀ ਜਿਹੜੇ ਦਰਿੰਦਗੀ ਆ ਉਹ ਕਦੀ ਵੀ ਪੈਦਾ ਨਾ ਹੋ ਸਕੇ। ਜਿਹੜੀ ਬੀਜੇਪੀ ਇੱਕ ਬੇ ਔਲਾਦਾ ਦੀ ਜਿਹੜੀ ਇਹ ਸਰਕਾਰ ਆ ਇਹ ਬਹੁਤ ਹੀ ਇੱਕ ਘਟੀਆ ਸਰਕਾਰ ਆ। ਇਹ ਸੀ ਸਾਡੇ ਨਾਲ ਵੱਖ-ਵੱਖ ਜਥੇਬੰਦੀਆਂ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ, ਪਰ ਲੱਗਦਾ ਕਿ ਉਹ ਸਮਾਂ ਦੂਰ ਨਹੀਂ ਕਿ ਸ਼ਾਇਦ ਕਿਤੇ ਨਾ ਕਿਤੇ ਉਸ ਮਨੀਸ਼ਾ ਨੂੰ ਇਨਸਾਫ ਜਿਹੜਾ ਜ਼ਰੂਰ ਮਿਲਣਾ ਚਾਹੀਦਾ, ਕਿਉਂਕਿ ਜਿਸ ਹਿਸਾਬ ਦੇ ਨਾਲ ਵਾਰਦਾਤਾਂ ਜਿਹੜੀਆਂ ਹੋ ਰਹੀਆਂ ਨੇ ਨਾਲ ਦੀ ਨਾਲ ਹੋਰ ਵੀ ਹਜੇ ਵੀ ਮੋਦੀ ਸਰਕਾਰ ਤੇ ਜੋਗੀ ਸਰਕਾਰ ਲੱਗਦਾ ਸੁੱਤੀ ਹੋਈ ਹੈ। ਉਹਨਾਂ ਨੂੰ ਧੀਆਂ ਦੀ ਰੁਲਦੀ ਪੱਤ ਨਹੀਂ ਨਜ਼ਰ ਆ ਰਹੀ, ਰੁਲਦੀ ਇੱਜ਼ਤ ਨਜ਼ਰ ਨਹੀਂ ਆ ਰਹੀ। ਪਤਾ ਨਹੀਂ ਕਦੋਂ ਇਹਨਾਂ ਨੂੰ ਸਮਝ ਆਊਗਾ, ਕਦੋਂ ਇਹਨਾਂ ਨੂੰ ਸੋਚੀ ਆਊਗੀ ਕਿ ਕੁੜੀਆਂ ਦੀ ਵਾਕਈ ਇੱਜ਼ਤ ਜਿਹੜੀ ਉਹ ਰੋਲੀ ਜਾ ਰਹੀ ਹੈ ਤੇ ਸ਼ਾਇਦ ਉਹ ਸਮਾਂ ਦੂਰ ਨਹੀਂ ਕਿ ਜਦੋਂ ਸੂਬੇ ਦੇ ਵਿੱਚ ਵੀ ਇਹ ਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਪੰਜਾਬ ਸਰਕਾਰ ਨੂੰ ਵੀ ਜਲਦ ਇੱਥੇ ਐਕਸ਼ਨ ਕੋਈ ਨਾ ਕੋਈ ਲੈਣਾ ਚਾਹੀਦਾ ਤਾਂ ਕਿ ਜਿਹੜਾ ਮਨੀਸ਼ਾ ਨੂੰ ਇਨਸਾਫ ਮਿਲ ਸਕੇ ਤੇ ਹੋਰ ਵੀ ਜਿਹੜੀਆਂ ਮਨੀਸ਼ਾ ਬਣਨ ਵਾਲੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਹੀ ਇਹ ਦਰਿੰਦੇ ਜਿਹੜਾ ਇਸ ਚੀਜ਼ ਤੋਂ ਅਲਰਟ ਹੋ ਜਾਣ ਕਿ ਉਹ ਦਿਨ ਦੂਰ ਨਹੀਂ ਜਦੋਂ ਔਰਤਾਂ ਜਦੋਂ ਸੜਕ ਤੇ ਆ ਗਈਆਂ ਤੇ ਉਦੋਂ ਯੁੱਗ ਪਲਟ ਜਾਂਦੇ ਹੁੰਦੇ ਨੇ, ਸ੍ਰਿਸ਼ਟੀ ਪਲਟ ਜਾਂਦੀ ਹੈ, ਕਿਉਂਕਿ ਜਿਨ੍ਹਾਂ ਦੇ ਕੁੱਖੋਂ ਤੁਸੀਂ ਜਨਮ ਲਿਆ ਤੇ ਬਾਅਦ ਚ ਤੁਸੀਂ ਉਹਨਾਂ ਨੂੰ ਹੀ ਆਪਣੀ ਦਰਿੰਦਗੀ ਦਾ ਸ਼ਿਕਾਰ ਬਣਾਉਣੇ, ਇਸ ਤੋਂ ਵੱਧ ਸ਼ਰਮ ਵਾਲੀ ਗੱਲ ਹੋਰ ਕੋਈ ਹੋ ਨਹੀਂ ਸਕਦੀ। ਅਸੀਂ ਆਸ ਕਰਦੇ ਇਸੇ ਦੇ ਨਾਲ ਕਿ ਮਨੀਸ਼ਾ ਨੂੰ ਇਨਸਾਫ ਜਿਹੜਾ ਉਹ ਜ਼ਰੂਰ ਮਿਲਣਾ ਚਾਹੀਦਾ। ਸੋ ਇਸੇ ਦੇ ਨਾਲ ਮੈਨੂੰ ਕੀਰਤੀ ਤੇ ਕੈਮਰਾਮੈਨ ਸ਼ਿਵਮ ਗਿੱਲ ਨੂੰ ਦਿਓ ਇਜਾਜ਼ਤ। ਧੰਨਵਾਦ।